ਆਂਟੀ ਸੈੱਟ ਹੋ ਜੇ ਲੰਦਨ ਵਿੱਚ, ਉਹ ਵੀ ਉਹਦਾ ਮਕਾਨ ਆਪਣਾ ਹੋਵੇ। ਬੰਦੇ ਦੀ ਤੇ ਲੋਟਰੀ ਲੱਗ ਗਈ। ਜਵਾਨ ਕਹਿੰਦਾ ਮੈਂ ਪਾਕਿਸਤਾਨ ਨੂੰ ਇਹ ਹਾਬ ਲੈ ਕੇ ਆਇਆ ਸਾਂ ਕਿ ਲੰਦਨ ਜਾ ਕੇ ਉੱਥੇ ਮੈਂ ਸੈੱਟ ਹੋ ਜਾਣਾ। ਕਹਿੰਦਾ ਅੱਗੇ ਤੇ ਹਾਬ ਹੀ ਦੇਖੇ ਸੀ ਉਹਦੇ। ਕਹਿੰਦਾ ਮੇਰਾ ਦੋਸਤ ਪਹਿਲਾਂ ਹੀ ਇੱਥੇ ਲੰਦਨ ਮੌਜੂਦ ਆਇਆ, ਮੈਂ ਉਹਨੂੰ ਆਖਿਆ ਕਿ ਮੈਂ ਵੀ ਆਉਣਾ ਚਾਹੁੰਦਾ ਸਟੂਡੈਂਟ ਵੀਜ਼ੇ ਤੇ। ਕਹਿੰਦਾ ਉਹਨੇ ਮੈਨੂੰ ਬਿਲਕੁਲ ਸਹੀ ਗਾਈਡ ਕੀਤਾ। ਕਹਿੰਦਾ ਘਰਦਿਆਂ ਨੇ ਥੋੜ੍ਹੇ ਥੋੜ੍ਹੇ ਪੈਸੇ ਜੋੜ ਕੇ ਤੇ ਉਹ ਮੇਰੇ ਵਾਸਤੇ ਕੋਸ਼ਿਸ਼ ਕੀਤੀ ਤੇ ਮੇਰਾ ਵੀਜ਼ਾ ਲੱਗ ਗਿਆ। ਕਹਿੰਦਾ ਮੈਂ ਦੋਸਤ ਨੂੰ ਆਖਿਆ ਕਿ ਮੈਂ ਵੀ ਆ ਰਿਹਾ ਲੰਦਨ। ਉਹਨੇ ਆਖਿਆ ਠੀਕ ਹੈ ਤੂੰ ਆ ਜਾ। ਕਹਿੰਦਾ ਕਿ ਮੈਨੂੰ 에ਅਰਪੋਰਟ ਤੇ ਉਹ ਲੈਣ ਆਇਆ ਸੀ। ਕਹਿੰਦਾ ਜਿਸਲੇ ਮੈਂ ਉਹਦੇ ਘਰ ਗਿਆ ਤੇ ਇੱਕ ਛੋਟਾ ਜਿਹਾ ਕਮਰਾ ਸੀ, ਪਹਿਲਾਂ ਵੀ ਉਹਦੇ ਨਾਲ 3 ਮੁੰਡੇ ਪਏ ਰਹਿੰਦੇ ਸੀ। ਕਹਿੰਦਾ ਇੱਕ ਸਾਈਡ ਤੇ ਮੈਂ ਸਮਾਨ ਰੱਖ ਦਿੱਤਾ, ਉਹਨਾਂ ਨਾਲ ਜਿਹੜਾ ਮੈਂ ਰਹਿਣਾ ਸ਼ੁਰੂ ਕਰ ਦਿੱਤਾ। ਕਹਿੰਦਾ ਥੋੜੇ ਜਿਹੇ ਮੈਂ ਪੌਂਡ ਲੈ ਕੇ ਆਇਆ ਸਾਂ, ਉਹ ਤੇ ਫਟੋ ਫਟ ਹੀ ਮੇਰੇ ਲੱਗ ਗਏ। ਕਹਿੰਦਾ ਕੋਈ ਜਿਹੜਾ ਮੇਰਾ ਦੋਸਤ ਹੈ ਨਾ, ਉਹ ਕਹਿੰਦਾ ਤੂੰ ਟੈਨਸ਼ਨ ਨਾ ਲੈ, ਤੇਰਾ ਖਰਚਾ ਜਿਹੜਾ ਮੈਂ ਪਿਆ ਦਿਆਂਗਾ ਜਿੰਨੀ ਦੇਰ ਤੂੰ ਕੰਮ ਨਹੀਂ ਲੱਗਦਾ। ਜਿਸਲੇ ਕੰਮ ਲੱਗੇਗਾ ਤੇ ਮੈਨੂੰ ਪੈਸੇ ਵਾਪਸ ਦੇ ਦੀ। ਕਹਿੰਦਾ ਮੈਂ ਕਿਹਾ ਠੀਕ ਹੈ। ਕਹਿੰਦਾ ਕਰਦਿਆਂ ਕਰਾਇਆ 2-2.5 ਮਹੀਨੇ ਗੁਜ਼ਰ ਗਏ, ਲੇਕਿਨ ਮੈਨੂੰ ਕੰਮ ਕੋ ਨਾ ਲੱਭਾ। ਕਹਿੰਦਾ ਕੋਈ ਐਸਾ ਹੋਟਲ ਨਹੀਂ ਜਿੱਥੇ ਜਾ ਕੇ ਮੈਂ ਕੰਮ ਦਾ ਨਹੀਂ ਪੁੱਛਿਆ, ਲੇਕਿਨ ਕਹਿੰਦਾ ਕੋਈ ਬੰਦਾ ਕੰਮ ਦੇ ਕੇ ਰਾਜ਼ੀ ਕੋ ਨਹੀਂ ਸੀ। ਸਟੂਡੈਂਟ ਹੀ ਇਤਨਾ ਆ ਗਿਆ ਸੀ, ਕਿਸੇ ਵਾਸਤੇ ਕੰਮ ਹੀ ਕੋ ਨਹੀਂ ਸੀ ਬਚਿਆ। ਕਹਿੰਦਾ ਮੇਰਾ ਦੋਸਤ ਆਂਦਾ ਤੂੰ ਟੈਨਸ਼ਨ ਨਾ ਲੈ, ਤੇਰੇ ਵਾਸਤੇ ਅਸੀਂ ਕੰਮ ਦਾ ਕੋਈ ਨਾ ਕੋਈ ਜੁਗਾੜ ਲਾ ਲਾਂਗੇ। ਕਹਿੰਦਾ ਇਸ ਤਰ੍ਹਾਂ ਹੋਇਆ ਕਿ ਦੋਸਤ ਦਾ ਕੋਈ ਰਿਸ਼ਤੇਦਾਰ ਸੀ ਇੱਥੇ ਯੂਰਪ 'ਚ, ਉਹਨੇ ਆਖਿਆ ਤੂੰ ਇੱਥੇ ਯੂਰਪ ਆ ਜਾ, ਇੱਥੇ ਤੇਰੀ ਸੈਟਿੰਗ ਠੀਕ ਹੋ ਜਾਏਗੀ। ਲੰਦਨ ਤੇ ਬੜਾ ਲੰਮਾ ਕੰਮ ਹੈ, ਤੂੰ ਇੱਥੇ ਆ ਤੇ ਤੈਨੂੰ ਸੈੱਟ ਕਰਾ ਦਿੰਦੇ ਆ। ਕਹਿੰਦਾ ਉਹਨੇ ਵੀ ਇਰਾਦਾ ਬਣਾ ਲਿਆ। ਮੈਨੂੰ ਕਹਿੰਦਾ ਕਿ ਮੈਂ ਤੇ ਯੂਰਪ ਜਾ ਰਿਹਾ, ਮੇਰੇ ਉੱਤੇ ਰਿਸ਼ਤੇਦਾਰ ਨੇ, ਉਹ ਕਹਿੰਦੇ ਤੂੰ ਇੱਥੇ ਆ ਜਾ। ਕਹਿੰਦਾ ਮੈਂ ਪਰੇਸ਼ਾਨ ਹੋ ਗਿਆ, ਮੇਰੇ ਕੋਲ ਤੇ ਪੈਸੇ ਵੀ ਕੋਈ ਨਹੀਂ ਸੀ, ਉਹਨੇ ਮੇਰਾ ਖਰਚਾ ਚੁੱਕਿਆ ਸੀ। ਕਹਿੰਦਾ ਜਿਹੜਾ ਉਹਦੇ ਨਾਲ ਮੁੰਡਾ ਰਹਿੰਦਾ ਨਾ, ਉਹਦੇ ਨਾਲ ਗੱਲ ਕੀਤੀ ਉਸ ਕਿ ਮੁੰਡਾ ਬਹੁਤ ਅੱਛਾ ਹੈ, ਇਹਦਾ ਖਰਚਾ ਵਗੈਰਾ ਦਿੰਦੇ ਰਵਿਓ ਤੇ ਤੁਹਾਨੂੰ ਪੈਸੇ ਜ਼ਰੂਰ ਵਾਪਸ ਦੇ ਦਿਓ। ਉਹਨੇ ਆਖਿਆ ਕੋਈ ਪਰੇਸ਼ਾਨੀ ਦੀ ਗੱਲ ਨਹੀਂ, ਜਿੰਨੀ ਦੇਰ ਕੰਮ ਨਹੀਂ ਲੱਗਦਾ ਅਸੀਂ ਜਿਹੜਾ ਇਹਦਾ ਖਰਚਾ ਨਾਲ ਹੋ ਕੇ ਚੁੱਕਾਂਗੇ। ਕਹਿੰਦਾ ਬਹਰਹਾਲ ਉਹ ਜਿਹੜਾ ਟੁਰ ਗਿਆ ਯੂਰਪ। ਕਹਿੰਦਾ ਕੋਈ ਫੋਨ ਤੇ ਉਹਦੇ ਨਾਲ ਰਾਬਤਾ ਹੈ ਸੀ, ਲੇਕਿਨ ਪਿੱਛੋਂ ਹੋਈਏ ਕੰਮ ਨਹੀਂ ਸੀ ਲੱਭਦਾ ਪਿਆ। ਕਹਿੰਦਾ ਉਹਨੇ ਵੀ ਢੇਰ ਬੰਦਿਆਂ ਨੂੰ ਆਖਿਆ ਸੀ ਜਿਨ੍ਹਾਂ ਨੂੰ ਉਹ ਜਾਣਦਾ ਸੀ, ਲੇਕਿਨ ਕੰਮ ਦਾ ਜੁਗਾੜ ਨਹੀਂ ਸੀ ਲੱਗਦਾ ਪਿਆ। ਕਹਿੰਦਾ ਜਿਹੜਾ ਨਾਲ ਮੇਰੇ ਮੁੰਡਾ ਰਹਿੰਦਾ ਨਾ, ਮੈਂ ਉਹਦੇ ਅੱਗੇ ਗੱਲ ਕੀਤੀ ਕਿ ਯਾਰ ਮਿਹਰਬਾਨੀ ਕਰਕੇ ਕਿਰੇ ਕੰਮ ਦਾ ਕਰੋ, ਇਸ ਤਰ੍ਹਾਂ ਤੇ ਮੈਂ ਘਰ ਰਹਿ ਕੇ ਬਿਲਕੁਲ ਹੀ ਜਿਹੜਾ ਮਰ ਜਾਗਾ। ਉਹ ਤੂੰ ਕਰਜ਼ਾ ਮੇਰੇ ਤੇ ਜ਼ਿਆਦਾ ਚੜ ਜਾਏਗਾ। ਪਿੱਛੋਂ ਘਰਦਿਆਂ ਸੋਹਣਿਆ ਕੀਤੇ ਆ ਕਿ ਪੁੱਤਰ ਪੈਸੇ ਤੂੰ ਕੋਈ ਨਹੀਂ ਟੋਰਦਾ ਪਿਆ। ਉਹ ਆਂਦਾ ਕਿ ਫਿਕਰ ਨਾ ਕਰ, ਤੇਰੇ ਤੋਂ ਪਹਿਲਾਂ ਹੀ ਮੈਂ ਜਿਹਦੇ ਕੰਮ ਕਰਨਾ ਹੋਟਲ ਤੇ ਉਹਦੇ ਨਾਲ ਗੱਲ ਕੀਤੀ ਹੈ ਤੇ ਉਮੀਦ ਹੈ ਕਿ ਤੈਨੂੰ ਕੰਮ ਜਲਦੀ ਲੱਭ ਜਾਏਗਾ। ਤੁਹਾਨੂੰ ਪਤਾ ਹੈ ਕਿ ਸਟੂਡੈਂਟ ਇਤਨੇ ਆਏ ਨੇ, ਬੰਦਿਆਂ ਨੂੰ ਕੰਮ ਇਤਨੀ ਜਲਦੀ ਨਹੀਂ ਲੱਭਦਾ। ਕਹਿੰਦਾ ਬਹਰਹਾਲ ਮੈਂ ਗੱਲ ਕੀਤੀ ਸੀ। ਕਹਿੰਦਾ ਉਸ ਤੋਂ ਬਾਅਦ ਜਿਹੜਾ 15 ਦਿਨ ਬਾਅਦ ਉਹਨੇ ਆਖਿਆ ਠੀਕ ਹੈ ਜਿਹੜਾ ਤੂੰ ਉਹਨੂੰ ਲੈ ਆ। ਕਹਿੰਦਾ ਮੈਂ ਜਿਸਲੇ ਉੱਥੇ ਹੋਟਲ ਤੇ ਗਿਆ, ਕਹਿੰਦਾ ਉਹਨੇ 4 ਪੌਂਡ ਘੰਟੇ ਦੇ ਆਖੇ ਤੇ ਅਗੂ ਉੱਥੇ ਜਿਹੜਾ ਕੰਮ ਜਿਹੜਾ ਬਰਤਨ ਵਗੈਰਾ ਧੋਣੇ ਸੀ। ਕਹਿੰਦਾ ਬਹਰਹਾਲ ਮੈਂ ਕਿਹਾ ਸ਼ੁਕਰ ਕੀਤਾ ਕੰਮ ਤੇ ਲੱਭਾ ਨਾ। ਕਹਿੰਦਾ ਅੰਦਰ ਜਾ ਕੇ ਮੈਂ ਕੰਮ ਸ਼ੁਰੂ ਕਰ ਦਿੱਤਾ। ਕਹਿੰਦਾ ਕੰਮ ਉਹਨੇ ਮੇਰੇ ਕੋਲੋਂ ਢੇਰ ਲੈਣਾ, ਸਿਰ ਤੇ ਹੀ ਖਲੋਤਾ ਰਹਿੰਦਾ ਸੀ। ਬਹਰਹਾਲ ਕਹਿੰਦਾ ਇਸ ਤਰ੍ਹਾਂ ਕਰਕੇ 2-3 ਮਹੀਨੇ ਮੈਂ ਲਾਏ, ਲੇਕਿਨ ਪੈਸੇ ਕੁਝ ਵੀ ਨਹੀਂ ਸੀ ਬਣਦੇ। ਕਹਿੰਦਾ ਜਿਹੜੇ ਬਣਨੇ ਕਿਰਾਇਆ ਦੇ ਦੇਣਾ ਜਾਂ ਕੋਈ ਖਾ ਪੀ ਦੇਣਾ, ਹੋਟਲ ਤੋਂ ਕੋਈ ਸ਼ੈ ਨਹੀਂ ਸੀ ਮੈਂ ਖਾਂਦਾ। ਕਹਿੰਦਾ ਕੋਈ ਜਿਹੜੇ ਕਰਜ਼ਾ ਚੁੱਕਿਆ ਸੀ ਉਹ ਵੀ ਮੈਂ ਦੇਣਾ ਸ਼ੁਰੂ ਕਰ ਦਿੱਤਾ। ਕਹਿੰਦਾ ਜਿਹੜਾ ਮੇਰਾ ਦੋਸਤ ਇੱਥੇ ਯੂਰਪ ਗਿਆ ਸੀ, ਉਹ ਮੈਨੂੰ ਆਖਦਾ ਕਿ ਯਾਰ ਇਸ ਤਰ੍ਹਾਂ ਮੈਨੂੰ ਪੈਸਿਆਂ ਦੀ ਲੋੜ ਪੈ ਗਈ ਹੈ, ਜਿਹੜੇ ਤੂੰ ਮੇਰੇ ਦੇਣੇ ਸੀ ਉਹ ਮੈਨੂੰ ਦੇ। ਕਹਿੰਦਾ ਮੈਂ ਉਹਨੂੰ ਆਖਿਆ ਕਿ ਜਿਹੜੇ ਮੈਨੂੰ ਪੈਸੇ ਪੇ ਲੱਭਦੇ ਨੇ ਉਹ ਤੇ ਮੈਂ ਦੇਣਾ ਪਿਆ, ਇੱਥੇ ਹੀ ਜਿਹੜੇ ਬੰਦੇ ਹੈ ਨੇ, ਲੇਕਿਨ ਤੂੰ ਆਪਣੇ ਦੋਸਤ ਨਾਲ ਗੱਲ ਕਰ, ਅਗਰ ਉਹਦੇ ਕੋਲ ਲੈਣ ਤੇ ਇਹਨੂੰ ਮੈਂ ਬਾਅਦ 'ਚ ਦੇ ਦਿਆਂਗਾ ਅਗਲੇ ਮਹੀਨੇ। ਕਹਿੰਦਾ ਉਹਨੇ ਗੱਲ ਕੀਤੀ, ਉਹਨੇ ਆਖਿਆ ਠੀਕ ਹੈ ਜਿਹੜਾ ਨਾ ਮੈਂ ਦੇ ਦੇਣਾ। ਕਹਿੰਦਾ ਬਹਰਹਾਲ ਉਹਨੂੰ ਜਿਹੜਾ ਪੈਸੇ ਅਸਾਂ ਪਾ ਦਿੱਤੇ। ਕਹਿੰਦਾ ਮੈਂ ਸੋਚਿਆ ਕਿ ਇਸ ਤਰ੍ਹਾਂ ਮੇਰਾ ਕੰਮ ਜਿਹੜਾ ਉਹ ਨਹੀਂ ਚੱਲਣਾ, ਕਿਉਂਕਿ ਪੈਸੇ ਤੇ ਬਣਨੇ ਹੀ ਕੋਈ ਨਹੀਂ। ਕਹਿੰਦਾ ਅੱਗੂ ਮੇਰਾ ਦੂਸਰਾ ਦੋਸਤ ਆਖਦਾ ਕਿ ਤੂੰ ਇੰਝ ਕਰ, ਮੋਟਰਸਾਈਕਲ ਲੈ ਲੈ ਤੇ ਡਿਲੀਵਰੀਆਂ ਦਾ ਕੰਮ ਸ਼ੁਰੂ ਕਰ ਦੇ। ਕਹਿੰਦਾ ਮੈਂ ਕਿਹਾ ਯਾਰ ਇਹ ਕੰਮ ਸਹੀ ਹੈ ਕਿ ਡਿਲੀਵਰੀਆਂ ਦਾ ਲੱਭੇ ਤੇ। ਕਹਿੰਦਾ ਮੈਂ ਉਹ ਬਰਤਨਾਂ ਦਾ ਛੱਡ ਕੇ ਤੇ ਮੈਂ ਡਿਲੀਵਰੀ ਦਾ ਕੰਮ ਸ਼ੁਰੂ ਕਰ ਦਿੱਤਾ। ਕਹਿੰਦਾ ਜਿਸ ਵੇਲੇ ਮੈਂ ਡਿਲੀਵਰੀ ਲੈ ਕੇ ਜਾਂਦਾ ਸਾਂ ਨਾ, ਕਦੇ ਕੋਈ ਟਿਪ ਦੇ ਦਿੰਦਾ ਸੀ 1 ਪੌਂਡ 2 ਪੌਂਡ, ਇਹਦਾ ਤੂੰ ਜ਼ਿਆਦਾ ਕੋਈ ਨਹੀਂ ਸੀ ਲੱਭਦੀ ਹੈ ਵੀ। ਬਹਰਹਾਲ ਕਹਿੰਦਾ ਇਹ ਹੈ ਕਿ ਪੈਸੇ ਠੀਕ ਬਣ ਜਾਂਦੇ ਸੀ, 50-60 ਪੌਂਡ ਜਿਹੜਾ ਨਾ ਦਿਹਾੜ ਦੇ ਮੈਂ ਬਣਾ ਲੈਂਦਾ ਆਰਾਮ ਸਕੂਨ ਨਾਲ। ਪਰ ਕਹਿੰਦਾ ਮੇਰਾ ਸਿਲਸਿਲਾ ਜਿਹੜਾ ਨਾ ਅੱਛਾ ਚੱਲ ਪਿਆ। ਕਹਿੰਦਾ 4-5 ਮਹੀਨੇ ਗੁਜ਼ਰੇ ਤੇ ਮੈਨੂੰ ਸਾਰੀਆਂ ਰਾਹਾਂ ਦਾ ਪਤਾ ਲੱਗ ਗਿਆ ਸੀ, ਮੈਂ ਕਿੱਧਰ ਜਾਣਾ ਹੈ ਕਿੱਧਰ ਨਹੀਂ। ਕਹਿੰਦਾ ਮੈਨੂੰ ਜਿਹੜਾ ਨਾ ਇੱਕ ਆਰਡਰ ਆਇਆ, ਮੈਂ ਉੱਥੇ ਲੈ ਕੇ ਗਿਆ। ਕਹਿੰਦਾ ਬੜਾ ਸੋਹਣਾ ਮਕਾਨ ਬਣਿਆ ਸੀ। ਕਹਿੰਦਾ ਜਿਉਂ ਮੈਂ ਜਾ ਕੇ ਬੈਲ ਮਾਰੀ ਤੇ ਉੱਥੋਂ ਇੱਕ ਆਂਟੀ ਨਿਕਲੀ। ਕਹਿੰਦਾ ਬੜੀ ਸੋਹਣੀ ਤਿਆਰ ਹੋਈ ਤੇ ਹੈ ਵੀ ਜਿਹੜਾ ਉਹ ਪਾਕਿਸਤਾਨਣ ਸੀ। ਕਹਿੰਦਾ ਮੈਨੂੰ ਅਸਲਾਮ ਵਾਲੇਕੁਮ ਕੀਤਾ, ਮੈਂ ਵੀ ਅਸਲਾਮ ਵਾਲੇਕੁਮ ਕੀਤਾ। ਮੈਨੂੰ ਪੁੱਛਦੀ ਹੈ ਕਿ ਤੂੰ ਜਿਹੜਾ ਇੱਥੇ ਨਵਾਂ ਹੈ। ਕਹਿੰਦਾ ਮੈਂ ਕਿਹਾ ਜਾ ਮੈਂ ਨਵਾਂ ਆਇਆ, ਤਕਰੀਬਨ 7-8 ਮਹੀਨੇ ਹੋ ਗਏ ਨੇ ਮੈਨੂੰ ਇੱਥੇ, ਤੇ ਇਸ ਤਰ੍ਹਾਂ ਮੈਂ ਡਿਲੀਵਰੀ ਦਾ ਕੰਮ। ਕਹਿੰਦੀ ਅੰਦਰ ਆ ਜਾ। ਕਹਿੰਦਾ ਮੈਂ ਕਿਹਾ ਨਹੀਂ ਮੈਨੂੰ ਲੇਟ ਹੁੰਦਾ ਪਿਆ ਤੇ ਹੋਰ ਵੀ ਆਰਡਰ ਹੈ। ਉਹਨੇ ਆਖਿਆ ਨਹੀਂ ਅੰਦਰ ਤੇ ਆ ਨਾ। ਕਹਿੰਦਾ ਉਹਨੇ ਨਾ ਮੈਨੂੰ ਬੇਟਾ ਆਖਿਆ ਨਾ ਕੋਈ ਹੋਰ ਗੱਲ ਆਖੀ। ਕਹਿੰਦਾ ਮੈਂ ਜਿਹੜਾ ਉਹਦੇ ਕੋਲ ਅੰਦਰ ਟੁਰ ਗਿਆ। ਕਹਿੰਦਾ ਉਹਨੇ ਸੋਫੇ ਤੇ ਬਿਠਾਇਆ, ਬੜਾ ਸੋਹਣਾ ਕਮਰਾ ਸੀ। ਕਹਿੰਦਾ ਅੰਦਰੋਂ ਜਿਹੜਾ ਨਾ ਕੋਕੋ ਕੋਲੇ ਦਾ ਗਲਾਸ ਲਿਆ ਕੇ ਮੈਨੂੰ ਪਿਲਾਇਆ ਸੀ। ਕਹਿੰਦਾ ਮੈਂ ਪੀ ਲਿਆ ਤੇ ਅੱਗੋਂ ਮੈਨੂੰ ਆਖਦੀ ਹੈ ਕਿ ਤੂੰ ਪਰੇਸ਼ਾਨ ਨਾ ਹੋਵੀਂ, ਇੱਥੇ ਨਵਾਂ ਹੈ, ਕੋਈ ਫਿਕਰ ਵਾਲੀ ਗੱਲ ਨਹੀਂ, ਤੂੰ ਇੱਥੇ ਮੇਰੇ ਕੋਲ ਆ ਜਾਇਆ ਕਰ ਜਿਸ ਟਾਈਮ ਤੂੰ ਵਿਹਲਾ ਹੋਵੇਂ। ਕਹਿੰਦਾ ਮੈਂ ਕਿਹਾ ਠੀਕ ਹੈ। ਕਹਿੰਦਾ ਥੋੜ੍ਹੀ ਦੇਰ ਬੈਠਾ ਤੇ ਉਹਨੇ ਮੈਨੂੰ 15 ਪੌਂਡ ਜਿਹੜਾ ਟਿਪ ਦਿੱਤੀ। ਕਹਿੰਦਾ 15 ਪੌਂਡ ਟਿਪ ਲਈ ਮੈਂ ਤੇ ਖੁਸ਼ ਹੋ ਗਿਆ, ਬਹੁਤ ਜ਼ਿਆਦਾ ਟਿਪ ਪਈ। ਕਹਿੰਦਾ ਉੱਥੋਂ ਮੈਂ ਨਿਕਲ ਆਇਆ ਤੇ ਕਹਿੰਦਾ ਜੋ ਨਿਕਲ ਕੇ ਮੈਂ ਆਇਆ ਤੇ ਕਹਿੰਦਾ ਮੈਂ ਆਪਣਾ ਕੰਮ ਸ਼ੁਰੂ ਕਰ ਦਿੱਤਾ। ਫਿਰ ਕਹਿੰਦਾ ਰਾਤੀ ਆ ਕੇ ਮੇਰੇ ਦਿਮਾਗ 'ਚ ਉਹੀ ਫਿਰਦੀ ਰਹੀ ਕਿ ਉਹਦਾ ਮਕਾਨ ਆਪਣਾ, ਕੋਈ ਬੰਦਾ ਵੀ ਨਹੀਂ ਸੀ
ਅਸੀਂ ਉਹਦੇ ਨਾਲ ਰਹਿੰਦਾ, ਅਗਰ ਇਹਦੇ ਨਾਲ ਮੇਰੀ ਸੈਟਿੰਗ ਹੋ ਜੇ ਨਾ ਤੇ ਮੇਰਾ ਕੰਮ ਜਿਹੜਾ ਉਹ ਚੰਗਾ ਚੱਲ ਜਾਏਗਾ। ਕਹਿੰਦਾ ਮੈਂ ਜਿਹੜਾ ਨਾ ਹਫਤਾ 2 ਗੁਜ਼ਰਿਆ ਤੇ ਕਹਿੰਦਾ ਮੈਂ ਟੁਰ ਗਿਆ ਨਾ ਉਹਦੇ ਘਰ, ਕਹਿੰਦਾ ਮੈਨੂੰ ਛੁੱਟੀ ਸੀ, ਕਹਿੰਦਾ ਮੈਂ ਜਾ ਕੇ ਬੈਲ ਮਾਰੀ ਤੇ ਉਹਨੇ ਮੈਨੂੰ ਫਟੋਫਟ ਪਛਾਣ ਲਿਆ। ਕਹਿੰਦਾ ਮੈਨੂੰ ਕਹਿੰਦੀ ਹੈ ਅੰਦਰ ਆ ਜਾਓ। ਕਹਿੰਦਾ ਮੈਂ ਅੰਦਰ ਟੁਰ ਗਿਆ, ਉੱਥੇ ਬਹਿ ਕਹਿੰਦਾ ਗੱਪਾਂ ਛੱਪਾਂ ਲਾਉਣ ਲੱਗ ਪਏ, ਟੀਵੀ ਸ਼ੀਵੀ ਤੱਕਣ ਲੱਗ ਪਏ। ਕਹਿੰਦਾ ਇਸ ਤਰ੍ਹਾਂ ਕਰਦਿਆਂ ਕਰਾਂ ਨਾ ਮੈਂ 1 ਹਫ਼ਤਾ ਛੱਡ ਕੇ ਦੂਸਰੇ ਹਫ਼ਤੇ ਉਹਦੇ ਕੋਲ ਟੁਰ ਜਾਣਾ। ਕਹਿੰਦਾ 2-3 ਮਹੀਨੇ ਇਸ ਤਰ੍ਹਾਂ ਹੀ ਸਿਲਸਿਲਾ ਚੱਲਿਆ ਤੇ ਮੈਨੂੰ ਕਹਿੰਦੀ ਹੈ ਕਿ ਕਿੰਨਾ ਕਿਰਾਇਆ ਦਿੰਦੇ ਆ ਆਪਣੇ ਮਕਾਨ ਦਾ। ਕਹਿੰਦਾ ਮੈਂ ਦੱਸਿਆ ਕਿ ਇਸ ਤਰ੍ਹਾਂ ਜਿਹੜਾ ਮੁੜਿਆ ਨਾ ਰਹਿਣਾ ਤੇ ਇਤਨਾ ਮੇਰਾ ਕਿਰਾਇਆ। ਉਹਨੇ ਆਖਿਆ ਤੂੰ ਇੰਝ ਕਰ ਇੱਥੇ ਮੇਰੇ ਕੋਲ ਆ ਜਾ ਤੇ ਕਿਰਾਏ ਦੀ ਤੈਨੂੰ ਦੇਣ ਦੀ ਜ਼ਰੂਰਤ ਨਹੀਂ ਹੈ, ਉੱਤੇ ਫਾਰਗ ਹੀ ਪਏ ਹੈ ਉਤਲਾ ਜਿਹੜਾ ਹਿੱਸਾ ਹੈ ਤੇ ਤੂੰ ਇੱਥੇ ਆ ਜਾ। ਕਹਿੰਦਾ ਮੈਂ ਖੁਸ਼ ਹੋ ਗਿਆ, ਕਿਰਾਇਆ ਨਹੀਂ ਦੇਣਾ ਪਵੇਗਾ, ਜਿਹੜੀ ਹੈ ਉਹ ਬੱਚਤ ਹੋਵੇਗੀ। ਕਹਿੰਦਾ ਅੰਦਰੋਂ ਮੇਰੀ ਨੀਅਤ ਵੀ ਖਰਾਬ ਹੋਈ ਸੀ ਕਿ ਜਿਹੜਾ ਹੋ ਸਕਦਾ ਮੇਰੇ ਨਾਲ ਸੈੱਟ ਹੋ ਜੇ ਤੇ ਮੇਰਾ ਇੱਥੇ ਜਿਹੜਾ ਲੰਦਨ 'ਚ ਚੰਗਾ ਜੁਗਾੜ ਲੱਗ ਜੇ। ਬਹਰਹਾਲ ਕਹਿੰਦਾ ਮੈਂ ਜਿਹੜਾ ਨਾ ਆਪਣਾ ਬੈਗ ਸ਼ੈਗ ਜਿਹੜਾ ਅਸੀਂ ਚੁੱਕ ਕੇ ਤੇ ਮੈਂ ਇੱਥੇ ਆ ਗਿਆ। ਮੁੜੇ ਜਿਹੜੇ ਨਾਲ ਦੇ ਉਹਨਾਂ ਕਿੱਧਰ ਚੱਲੇ ਆ, ਮੈਂ ਇਸ ਤਰ੍ਹਾਂ ਜਿਹੜਾ ਉੱਥੇ ਟੁਰ ਚੱਲਾਂ। ਇੱਕ ਆਂਟੀ ਹੈ ਤੇ ਕਹਿੰਦੀ ਤੂੰ ਮੇਰੇ ਕੋਲ ਆ ਜਾ, ਕਿਰਾਇਆ ਵੀ ਨਾ ਦਿਓ। ਕਹਿੰਦੇ ਯਾਰ ਤੂੰ ਤੇ ਬੜਾ ਖੁਸ਼ਕਿਸਮਤ ਹੈ, ਸਾਨੂੰ ਇਤਨਾ ਅਰਸਾ ਹੋ ਗਿਆ, ਸਾਡਾ ਤੇ ਇਸ ਤਰ੍ਹਾਂ ਦਾ ਜੁਗਾੜ ਕੋਈ ਨਹੀਂ ਲੱਗਾ। ਉਹਨੇ ਆਖਿਆ ਯਾਰ ਬਸ ਮੇਰਾ ਲੱਗ ਗਿਆ। ਕਹਿੰਦਾ ਮੈਂ ਉੱਥੇ ਟੁਰ ਗਿਆ। ਕਹਿੰਦਾ ਅੱਗੋਂ ਸੁਬਹ ਉੱਠਾਂ ਤੇ ਨਾਸ਼ਤਾ ਉਹ ਬਣਾਏ ਮੇਰੇ ਵਾਸਤੇ। ਕਹਿੰਦਾ ਮੈਂ ਵੀ ਨਾਸ਼ਤਾ ਨਾਲ ਬੈਕ ਕਰਾਂ। ਕਹਿੰਦਾ ਮੈਨੂੰ ਤਾਂ 100% ਯਕੀਨ ਹੋ ਗਿਆ ਸੀ ਕਿ ਮੇਰੀ ਤੇ ਉਹਦੀ ਸੈਟਿੰਗ ਹੋ ਗਈ ਹੈ। ਕਹਿੰਦਾ ਮੈਂ ਉਹਨੂੰ ਪੁੱਛਿਆ ਕਿ ਇਸ ਤਰ੍ਹਾਂ ਤੁਹਾਡਾ ਹਸਬੈਂਡ? ਉਹਨੇ ਕਿਹਾ ਨਹੀਂ ਮੇਰਾ ਹਸਬੈਂਡ ਜਿਹੜਾ ਉਹ ਤਲਾਕ ਲੈ ਲਈ ਹੈ ਤੇ ਉਹ ਲਾਦਾ ਰਹਿੰਦਾ, ਮੈਂ ਲਾਦਾ ਰਹਿਣਾ। ਮੈਂ ਪੁੱਛਿਆ ਕਿ ਬੱਚੇ? ਉਹਨੇ ਕਿਹਾ ਨਹੀਂ ਸਾਡਾ ਬੱਚਾ ਕੋਈ ਵੀ ਨਹੀਂ ਸੀ ਹੈ। ਕਹਿੰਦਾ ਬਹਰਹਾਲ ਨਾ ਮੇਰੇ ਵਾਸਤੇ ਹੋਰ ਜਿਹੜਾ ਨਾ ਗੱਲ ਜਿਹੜੀ ਹੈ ਪੱਕੀ ਲੱਗਦੀ ਸੀ ਪਈ। ਕਹਿੰਦਾ ਪਰ ਮੈਂ ਆਪਣਾ ਕੰਮ ਸ਼ਾਮ ਕਰਨ ਲੱਗ ਪਿਆ। ਕਹਿੰਦਾ ਇੱਕ ਦਿਨ ਮੈਨੂੰ ਆਦੀ ਹੈ ਕਿ ਇਸ ਤਰ੍ਹਾਂ ਜਿਹੜਾ ਮੇਰੇ ਕੋਲ ਪੈਸੇ ਆਉਣੇ ਨੇ, ਅਗਰ ਤੂੰ ਆਪਣੇ ਅਕਾਊਂਟ 'ਚ ਮੰਗਾ ਲੈ। ਕਹਿੰਦਾ ਮੈਂ ਕਿਹਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ, ਤੁਸੀਂ ਮੰਗਾ ਲਓ। ਕਹਿੰਦਾ ਉਹਨੇ ਇੰਝ ਕੀਤਾ 5000 ਜਿਹੜਾ ਪੌਂਡ ਹੈ ਨਾ ਉਹ ਮੇਰੇ ਅਕਾਊਂਟ 'ਚ ਮੰਗਾਇਆ। ਕਹਿੰਦਾ ਮੈਨੂੰ ਆਦੀ ਹੈ ਕਿ ਆਪਣਾ ਕਾਰਡ ਦੇ ਫਿਰ ਮੈਂ ਪੈਸੇ ਕਢਾ ਲਾਂ। ਕਹਿੰਦਾ ਮੇਰੇ ਅਕਾਊਂਟ 'ਚ ਕਿਹੜਾ ਇਤਨੇ ਪੈਸੇ ਹੁੰਦੇ? ਕਹਿੰਦਾ ਮੈਂ ਫੋਟੋ ਕਾਰਡ ਫੜਾਇਆ, ਇਹ ਲਓ ਤੇ ਜਾ ਕੇ ਤੁਸੀਂ ਪੈਸੇ ਜਿਹੜੇ ਨਾ ਉਹ ਕਢਾ ਲਿਓ। ਕਹਿੰਦਾ ਇਸ ਤਰ੍ਹਾਂ ਹੀ ਹੋਇਆ। ਕਹਿੰਦਾ ਉਹ ਪੈਸੇ ਜਿਹੜੇ ਆਏ ਉਹਨੇ ਕਢਾ ਲਏ। ਮੈਨੂੰ ਬਾਅਦ 'ਚ ਕਹਿੰਦੀ ਹੈ ਇਹ ਲੈ ਆਪਣਾ ਕਾਰਡ ਤੇ ਨਾਲ ਮੈਨੂੰ ਕਹਿੰਦਾ 100 ਪੌਂਡ ਦਿੱਤੀ ਸੀ, ਇਹ ਲੈ ਤੂੰ ਰੱਖ ਲੈ। ਕਹਿੰਦਾ ਮੈਂ ਕਿਹਾ ਇਹਦੀ ਕੋਈ ਨਹੀਂ ਜ਼ਰੂਰ। ਉਹਨੇ ਕਿਹਾ ਨਹੀਂ ਨਹੀਂ ਇਹ ਤੂੰ ਰੱਖ ਲੈ। ਕਹਿੰਦਾ ਮੈਂ ਖੁਸ਼ ਹੋ ਗਿਆ ਕਿ ਚਲੋ 100 ਪੌਂਡ ਹੋਰ ਆ ਗਿਆ। ਕਹਿੰਦਾ ਮੈਂ ਘਰ ਵੀ ਪੈਸੇ ਪਾਣੇ ਸ਼ੁਰੂ ਕਰ ਦਿੱਤੇ। ਕਹਿੰਦਾ ਮੈਨੂੰ ਇਹ ਲੱਗਾ ਕਿ ਮੇਰਾ ਜਿਹੜਾ ਨਾ ਸੈਟਿੰਗ ਜਿਹੜੀ ਹੈ ਉਹ ਬਿਹਤਰ ਹੋ ਗਈ ਹੈ। ਕਹਿੰਦਾ ਬਹਰਹਾਲ ਇਸ ਤਰ੍ਹਾਂ ਕਰਦਿਆਂ ਕਰਾਇਆ ਨਾ ਕਹਿੰਦਾ ਮੈਂ ਬਹੁਤ ਜ਼ਿਆਦਾ ਇਤਮਾਦ 'ਚ ਆ ਗਿਆ ਸਾਂ। ਕਹਿੰਦਾ ਉਹ ਮੈਨੂੰ ਆਖੇ ਨਾ ਕਿ 1 ਲੱਤ 'ਤੇ ਖਲੋਣੀ ਤੇ ਕਹਿੰਦਾ ਮੈਂ 1 ਲੱਤ 'ਤੇ ਖਲੋ ਜਾ। ਕਹਿੰਦਾ ਲੇਕਿਨ ਅਜੇ ਤੱਕ ਸਾਡਾ ਕੋਈ ਇਸ ਤਰ੍ਹਾਂ ਦਾ ਕਨੈਕਸ਼ਨ ਨਹੀਂ ਸੀ ਬਣਿਆ ਕਿ ਅਸੀਂ ਇੱਕ ਬੈੱਡ 'ਤੇ ਸੁੱਤੇ ਹੋਈਏ। ਕਹਿੰਦਾ ਹਾਲੀ ਜਿਹੜਾ ਨਾ ਉਹ ਗੱਲਬਾਤ ਹੀ ਚੱਲ ਰਹੀ ਸੀ ਤੇ ਲੇਕਿਨ ਉਹ ਮੇਰੇ ਨਾਲ ਜਿਹੜਾ ਨਾ ਸਿਰਫ ਮੂੰਹ ਦੀ ਗੱਲ ਕਰ ਰਹੀ ਸੀ। ਕਹਿੰਦਾ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਉਹ ਮੈਨੂੰ ਆਦੀ ਹੈ ਕਿ ਮੈਂ ਇੱਕ ਲੈਣੀ ਹੈ ਇੱਥੇ ਸ਼ੋਪ, ਮੇਰਾ ਦਿਲ ਹੈ ਕਿ ਮੈਂ ਵੱਡਾ ਸਟੋਰ ਬਣਾਵਾਂ ਉੱਥੇ ਤੇ ਭਲਕੇ ਤੈਨੂੰ ਵੀ ਉੱਥੇ ਕੰਮ ਤੇ ਰੱਖ ਲਾ। ਉਹਨੇ ਕਿਹਾ ਠੀਕ ਹੈ ਤੇ ਅੱਛੀ ਗੱਲ ਹੈ। ਕਹਿੰਦਾ ਮੇਰੇ ਦਿਮਾਗ 'ਚ ਹੋਰ ਵੀ ਆਈ ਕਿ ਡਿਲੀਵਰੀਆਂ ਦਾ ਕੰਮ ਕਰ ਕਰਕੇ ਮੇਰੀਆਂ ਤੇ ਲੱਤਾਂ ਨਿਕਲ ਗਈਆਂ ਨੇ ਤੇ ਤੂੰ ਬਿਹਤਰ ਹੈ ਅਗਰ ਮੇਰਾ ਕੰਮ ਇਸ ਤਰ੍ਹਾਂ ਦਾ ਹੋ ਜੇ। ਕਹਿੰਦਾ ਮੈਨੂੰ ਆ ਕੇ ਮੈਂ ਕਿਹਾ ਇਹ ਤਾਂ ਬਹੁਤ ਅੱਛੀ ਗੱਲ ਹੈ। ਅੱਗੂ ਜਿਹੜਾ ਨਾ ਕਹਿੰਦਾ 2-4 ਦਿਨ ਗੁਜ਼ਰੇ ਤੇ ਮੈਨੂੰ ਆਂਦੀ ਹੈ ਕਿ ਤੂੰ ਮੇਰੇ ਨਾਲ ਬੈਂਕ ਜਾਣਾ ਹੈ। ਕਹਿੰਦੇ ਮੈਂ ਕਿਹਾ ਠੀਕ ਹੈ। ਮੈਂ ਮੈਨੂੰ ਪੁੱਛਦੀ ਹੈ ਕਿਹੜੇ ਬੈਂਕ 'ਚ ਤੇਰਾ ਅਕਾਊਂਟ ਹੈ? ਮੈਂ ਦੱਸਿਆ ਕਿ ਫਲਾਣੇ ਬੈਂਕ। ਉਹਨੇ ਆਖਿਆ ਮੇਰਾ ਵੀ ਉਸੇ ਬੈਂਕ 'ਚ ਹੀ ਅਕਾਊਂਟ ਹੈ। ਕਹਿੰਦਾ ਮੈਂ ਆਖਿਆ ਚਲੋ ਲੱਗੇ ਜਾਣ। ਕਹਿੰਦਾ ਜਿਸ ਵੇਲੇ ਉੱਥੇ ਗਏ ਉਹਨੇ ਜਾ ਕੇ ਨਾ ਅੰਦਰ ਜਾ ਕੇ ਗੱਲਬਾਤ ਕੀਤੀ ਤੇ ਕਹਿੰਦਾ ਮੈਨੂੰ ਕੋਈ ਪਤਾ ਨਹੀਂ ਉਹਨੇ ਕੀ ਗੱਲ ਕੀਤੀ ਹੈ ਕੀ ਨਹੀਂ। ਕਹਿੰਦਾ ਬਾਹਰ ਆਈ ਮੈਨੂੰ ਕਹਿੰਦੀ ਹੈ ਕਿ ਆਪਣੇ ਡਾਕੂਮੈਂਟ ਦੇ ਤੇ ਉਹ ਜਿਸ ਵੇਲੇ ਉਹ ਅੰਦਰ ਜਾ ਕੇ ਦੇਣੇ ਨੇ। ਕਹਿੰਦਾ ਮੈਂ ਵੀ ਨਾ ਪੁੱਛਿਆ। ਕਹਿੰਦਾ ਮੈਂ ਫਟੋਫਟ ਉਹਨੂੰ ਆਪਣੇ ਡਾਕੂਮੈਂਟ ਸਾਰੇ ਦੇ ਦਿੱਤੇ। ਕਹਿੰਦਾ ਅੰਦਰ ਗਈ, ਅੰਦਰ ਜਾ ਕੇ ਡਾਕੂਮੈਂਟ ਵਗੈਰਾ ਦਿੱਤੇ। ਕਹਿੰਦਾ ਮੈਨੂੰ ਨਾ ਉਹ ਕਹਿੰਦੀ ਹੈ ਕਿ ਫਿਰ ਦੁਬਾਰਾ ਸਾਨੂੰ ਇੱਕ ਵਾਰੀ ਆਉਣਾ ਪਵੇਗਾ। ਕਹਿੰਦਾ ਇਹ ਵੀ ਨਾ ਪੁੱਛਿਆ ਕਿ ਮੇਰੇ ਡਾਕੂਮੈਂਟ ਕਿਉਂ ਦਿੱਤੇ ਨੇ। ਬਹਰਹਾਲ ਕਹਿੰਦਾ ਉੱਥੋਂ ਜਿਹੜਾ ਅਸੀਂ ਉੱਠ ਕੇ ਆ ਗਏ। ਕਹਿੰਦਾ ਘਰ ਆਇਆ ਤੇ ਉਹਨੇ ਜਿਹੜਾ ਬਿਰਿਆਨੀ ਆਰਡਰ ਕੀਤੀ ਤੇ ਬਿਰਿਆਨੀ ਘਰ ਆ ਗਈ। ਕਹਿੰਦਾ ਬਹਿ ਕੇ ਅਸੀਂ ਖਾਣ ਲੱਗ ਪਏ। ਕਹਿੰਦਾ ਮੈਂ ਪੂਰਾ ਮੁਤਮਿਨ ਸਾਂ ਕਿ ਹੁਣ ਇਹਨੇ ਸਟੋਰ ਬਣਾਉਣਾ ਤੇ ਮੈਂ ਜਿਹੜਾ ਉੱਥੇ ਜਿਹੜਾ ਆਪਣੀ ਸੈਟਿੰਗ ਕਰ ਲੈਣੀ ਹੈ। ਕਹਿੰਦਾ ਬਹਰਹਾਲ ਮੈਂ ਆਪਣੇ ਕੰਮ ਸ਼ਾਮ 'ਚ ਫਿਰ ਦੁਬਾਰਾ ਲੱਗ ਗਿਆ, ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਫ਼ਤੇ ਬਾਅਦ ਮੈਨੂੰ ਆਖਦੀ ਹੈ ਕਿ ਬੈਂਕ 'ਚੋਂ ਕਾਲ ਆਈ ਹੈ ਤੇ ਅਸਾਂ ਬੈਂਕ ਜਾਣਾ। ਕਹਿੰਦਾ ਮੈਂ ਕਿਹਾ ਕੋਈ ਮਸਲਾ ਨਹੀਂ ਲੱਗੇ ਜਾਵਾਂਗੇ ਬੈਂਕ। ਕਹਿੰਦਾ ਮੈਂ ਵੀ ਕੋਈ ਨਾ ਪੁੱਛਿਆ ਕਿ ਕਿਉਂ ਬੈਂਕ ਜਾਣਾ, ਕੀ ਕਰਨਾ। ਕਹਿੰਦਾ ਪਰ ਮੈਂ ਉਹਦੇ ਨਾਲ ਬੈਠਾ ਗੱਡੀ ਤੇ ਸਿੱਧਾ ਬੈਂਕ ਟੁਰ ਗਿਆ। ਕਹਿੰਦਾ ਉਹਨਾਂ ਨੇ ਅੱਗੇ ਸਾਰੇ ਡਾਕੂਮੈਂਟ ਜਿਹੜਾ ਉਹ ਰੈਡੀ ਕੀਤੇ ਸੀ। ਕਹਿੰਦਾ ਅੰਦਰੋਂ ਜਾ ਕੇ ਸਾਰੀ ਗੱਲ ਕਰ ਰਹੀ ਸੀ। ਕਹਿੰਦਾ ਮੈਨੂੰ ਸਿਰਫ ਲਿਆ ਕੇ ਉਹਨੇ ਆਖਿਆ ਜੀ ਇਹਨਾਂ ਪੇਪਰਾਂ 'ਤੇ ਸਾਈਨ ਕਰ। ਕਹਿੰਦਾ ਮੈਂ ਪੇਪਰਾਂ 'ਤੇ ਸਾਈਨ ਕਰ ਦਿੱਤੇ। ਕਹਿੰਦਾ ਉਸ ਤੋਂ ਬਾਅਦ ਜਿਹੜਾ ਸੀ ਉੱਠ ਕੇ ਆ ਗਏ। ਕਹਿੰਦਾ ਜਿਸ ਵੇਲੇ ਉੱਠ ਕੇ ਆ ਗਏ ਮੈਨੂੰ ਕਹਿੰਦੀ ਹੈ ਕਿ ਆਪਣਾ ਜਿਹੜਾ ਬੈਂਕ ਦਾ ਜਿਹੜਾ ਕਾਰਡ ਹੈ ਨਾ ਉਹ ਤੂੰ ਮੈਨੂੰ ਦੇ ਦੇ ਕਿਉਂਕਿ ਹੁਣ ਮੈਂ ਅੱਗੋਂ ਸਟੋਰ ਦਾ ਜਿਹੜਾ ਕੰਮ ਕਰਨਾ ਨਾ ਉਹਦੇ ਵਾਸਤੇ ਮੈਨੂੰ ਜ਼ਰੂਰਤ ਪੈਣੀ ਹੈ। ਕਹਿੰਦਾ ਮੈਂ ਉਸੇ ਵੇਲੇ ਕੱਢ ਕੇ ਦਿੱਤਾ, ਇਹ ਲਓ ਜੀ। ਕਹਿੰਦਾ ਮੈਂ ਜਿਹੜਾ ਆਪਣੇ ਕੰਮ ਸ਼ਾਮ 'ਚ ਉਸੇ ਦਿਨ ਰੂਟੀਨ 'ਤੇ ਕਰਨ ਲੱਗ ਪਿਆ। ਕਹਿੰਦਾ ਮਹੀਨਾ ਪੂਰਾ ਜਿਹੜਾ ਨਾ ਉਹਨੇ ਜਿਹੜਾ ਮੇਰੀ ਜੇ ਤਨਖਾਹ ਆਈ ਉਹ ਮੈਨੂੰ ਆਦੀ ਤੂੰ ਆਪਣੀ ਲੈ ਲੈ ਤੇ ਹੋਰ ਵੀ ਕਹਿੰਦਾ ਫਾਲਤੂ ਕੋਈ 100-200 ਦੇ ਦਿੱਤਾ ਉਹਨੇ ਮੈਨੂੰ। ਬਹਰਹਾਲ ਕਹਿੰਦਾ ਇਸ ਤਰ੍ਹਾਂ ਮੇਰਾ ਸਿਲਸਿਲਾ ਚੱਲ ਰਿਹਾ ਸੀ। ਕਹਿੰਦਾ ਜਿਸੇ 2 ਕੁ ਮਹੀਨੇ ਗੁਜ਼ਰੇ ਨਾ ਮੈਨੂੰ ਆਦੀ ਹੈ ਕਿ ਇਹ ਮਕਾਨ ਮੈਂ ਹਾਲੀ ਕਰਨਾ ਕਿਉਂਕਿ ਤੂੰ ਜਿਹੜਾ ਨਾ ਫਿਲਹਾਲ ਕਿਧਰੇ ਹੋਰ ਟੁਰ ਜਾ, ਇਹ ਮਕਾਨ ਮੈਂ ਸੇਲ ਕਰ ਦਿੱਤਾ। ਹੁਣ ਮੈਂ ਦੂਸਰਾ ਤੱਕ ਨਹੀਂ ਆ ਵੀ ਫਿਲਹਾਲ ਜਿਹੜਾ ਮੇਰੀ ਇੱਕ ਦੋਸਤ ਹੈ ਮੈਂ ਉਹਦੇ ਕੋਲ ਟੁਰ ਚੱਲੀ ਹਾਂ।
ਕਹਿੰਦਾ ਮੈਂ ਆਖਿਆ ਮੈਂ ਹੁਣ ਕਿੱਥੇ ਜਾ। ਕਹਿੰਦਾ ਮੈਂ ਫਿਰ ਉਹ ਮੁੰਡੇ ਨੂੰ ਕਾਲ ਕੀਤੀ, ਉਹਨੇ ਆਖਿਆ ਕੋਈ ਮਸਲਾ ਨਹੀਂ, ਜਗ੍ਹਾ ਹੈ ਸਾਡੇ ਕੋਲ, ਤੂੰ ਆ ਜਾ। ਕਹਿੰਦਾ ਮੈਂ ਉੱਥੇ ਟੁਰ ਗਿਆ। ਕਹਿੰਦਾ ਮੈਂ ਕਿਹਾ ਚਲੋ ਮਕਾਨ ਵੇਖਦਾ ਕੋਈ ਨਹੀਂ। ਕਹਿੰਦਾ ਮੈਂ ਪੁੱਛਿਆ ਸਟੋਰ ਦਾ ਕੀ ਬਣਨਾ? ਕਿ ਸਟੋਰ ਬਸ ਜਿਹੜਾ ਨਾ ਉਹ ਰੈਡੀ ਹੈ, ਬਸ ਸਾਈਨ ਹੀ ਕਰਨੇ ਜਾ ਕੇ ਮੈਂ ਤੇ ਤੂੰ। ਕਹਿੰਦਾ ਬਹਰਹਾਲ ਉਹ ਇੰਝ ਹੋਇਆ ਕਿ ਉਹ ਆਪਣੇ ਕਿਸੇ ਹੋਰ ਟੁਰ ਗਈ। ਕਹਿੰਦਾ ਮੈਂ ਦੋਸਤ ਕੋ ਟੁਰ ਗਿਆ। ਕਹਿੰਦਾ ਅੱਗੋਂ ਮੈਂ ਉਹਨੂੰ ਫੋਨ ਕਰਾਂ ਤੇ ਫੋਨ ਕੋ ਨਾ ਮਿਲੇ। ਕਹਿੰਦਾ ਮੈਂ ਪਰੇਸ਼ਾਨ ਹੋ ਗਿਆ ਕਿ ਫੋਨ ਨਹੀਂ ਉਹਦਾ ਮਿਲਦਾ। ਕਹਿੰਦਾ ਪੂਰਾ ਹਫਤਾ ਟਰਾਈਆਂ ਮਾਰਦਾ ਰਿਹਾ, ਕੋ ਨਾ ਫੋਨ ਮਿਲਿਆ। ਕਹਿੰਦਾ ਜਿਸ ਘਰ 'ਚੋਂ ਰਹਿੰਦੀ ਸੀ ਮੈਂ ਵੀ ਉਹਦੇ ਨਾਲ ਰਹਿੰਦਾ ਸਾ ਪਿਆ। ਕਹਿੰਦਾ ਜਿਸ ਵੇਲੇ ਉੱਥੇ ਜਾ ਕੇ ਦੇਖਿਆ ਤੇ ਉੱਥੇ ਵੀ ਤਾਲਾ ਲੱਗਿਆ। ਕਹਿੰਦਾ ਮੈਂ ਅੱਗੂ ਪਿੱਛੋਂ ਬੰਦਿਆਂ ਕੋਲ ਪੁੱਛਿਆ, ਉਹਨਾਂ ਆਖਿਆ ਜੀ ਇਹ ਤਾਂ ਮਕਾਨ ਰੈਂਟ ਤੇ ਸੀ ਤੇ ਇਹ ਜਿਹੜਾ ਉਹ ਕੋਈ ਲਿਆ ਸੀ ਉਹਨੇ ਥੋੜ੍ਹੀ ਦੇਰ ਵਾਸਤੇ ਤੇ ਉਹ ਇੱਥੋਂ ਟੁਰ ਗਈ ਹੈ। ਕਹਿੰਦਾ ਮੈਂ ਹੋਰ ਪਰੇਸ਼ਾਨ ਹੋ ਗਿਆ ਤੇ ਮੇਰੇ ਨਾਲ ਬੜਾ ਕੰਮ ਪੈ ਗਿਆ। ਬਹਰਹਾਲ ਕਹਿੰਦਾ ਮੈਂ ਜਿਸ ਵੇਲੇ ਆਪਣੇ ਅਕਾਊਂਟ ਵੱਲ ਤੱਕਿਆ ਨਾ, ਕਹਿੰਦਾ ਮੇਰੇ ਅਕਾਊਂਟ 'ਚੋਂ 55,000 ਪਾਉਂਡ ਜਿਹੜਾ ਨਾ ਉਹ ਨਿਕਲਿਆ ਸੀ। ਉਹ ਕ੍ਰੈਡਿਟ ਜਿਹੜਾ ਮੇਰੇ ਨਾਂ ਤੇ ਕਹਿੰਦਾ ਪਾਸ ਹੋਇਆ ਸੀ। ਕਹਿੰਦਾ ਮੇਰੇ ਨਾਂ ਤੋਂ 55,000 ਪਾਉਂਡ ਜਿਹੜਾ ਨਾ ਉਹਨੇ ਉੱਥੋਂ ਕੱਢਿਆ ਸੀ। ਕਹਿੰਦਾ ਮੈਂ ਜਿਸ ਵੇਲੇ ਤੱਕਿਆ ਮੇਰਾ ਇੰਨਾ ਅਕਾਊਂਟ ਮਾਈਨਸ ਹੋਇਆ। ਕਹਿੰਦਾ ਬੈਂਕ ਵਾਲਿਆਂ ਕੋਲ ਗਿਆ, ਜਾ ਕੇ ਮੈਂ ਪੁੱਛਿਆ ਵੀ ਇਹ ਕੀ ਹੈ? ਉਹਨੇ ਆਖਿਆ ਇਹ ਜਿਹੜਾ ਤੂੰ ਇਹ ਲੋਨ ਲਿਆ ਸਾਡੇ ਕੋਲੋਂ ਤੇ ਇਹ ਲੋਨ ਜਿਹੜਾ ਤੂੰ ਸਾਨੂੰ ਵਾਪਸ ਕਰਨਾ। ਕਹਿੰਦਾ ਮੈਂ ਆਖਿਆ ਮੈਂ ਨਹੀਂ ਲਿਆ, ਉਹ ਮੇਰੇ ਨਾਲ ਜਿਹੜੀ ਆਂਟੀ ਆਈ ਸੀ ਉਹਨੇ ਲਿਆ। ਉਹਨੇ ਆਖਿਆ ਨਹੀਂ ਇਹ ਤੂੰ ਸਾਈਨ ਕੀਤੇ ਨੇ, ਇਹ ਤੇਰੇ ਡਾਕੂਮੈਂਟ ਨੇ, ਇਹ ਤੂੰ ਲਿਆ। ਉਹਨੇ ਆਪਣਾ ਜਿਹੜਾ ਲੋਨ ਹੈ ਉਹ ਲਾਦਾ ਲਿਆ ਸੀ। ਕਹਿੰਦਾ ਮੈਂ ਆਖਿਆ ਇਹ ਕਿਸ ਤਰ੍ਹਾਂ ਹੋ ਸਕਦਾ? ਕਹਿੰਦਾ ਢੇਰ ਉਹਨਾਂ ਨੇ ਬਹਿਸ ਲਾਈ ਲੇਕਿਨ ਉਹਨਾਂ ਮੇਰੀ ਕੋਈ ਨਾ ਸੁਣੀ। ਉਹਨੇ ਆਖਿਆ ਤੈਨੂੰ ਇਹ ਲੋਨ ਦੇਣਾ ਪਵੇਗਾ। ਕਹਿੰਦਾ ਮੇਰੇ ਵਾਸਤੇ ਤਾਂ ਬੜੀ ਟੈਨਸ਼ਨ ਬਣ ਗਈ। ਕਹਿੰਦਾ ਅੱਗੋਂ ਮੈਂ ਉਹਨੂੰ ਢੂੰਡਾਂ, ਉਹ ਲੱਭੇ ਕੋ ਨਾ ਮੈਨੂੰ। ਕਹਿੰਦਾ ਮੈਂ ਆਪਣੇ ਦੋਸਤ ਨੂੰ ਦੱਸਿਆ, ਉਹਨੇ ਆਖਿਆ ਭਾਈ ਇਹ ਤੈਨੂੰ ਲਾ ਗਈ ਹੈ ਚੂਨਾ, ਇਹ ਤਾਂ ਤੈਨੂੰ ਬੜਾ ਡਾਢਾ ਜਿਹੜਾ ਉਹ ਡੱਸ ਗਈ ਹੈ। ਕਹਿੰਦਾ ਮੈਂ ਆਖਿਆ ਤੇ ਹੁਣ ਮੈਂ ਕੀ ਕਰਨਾ ਕੀ? ਜੇ ਇੱਥੇ ਲੰਦਨ 'ਚ ਰਹਿਣੀ ਤੇ ਇਹ ਜਿਹੜਾ ਕਰਜ਼ਾ ਤੈਨੂੰ ਦੇਣਾ ਪਵੇਗਾ। ਕਹਿੰਦਾ ਮੈਂ ਆਖਿਆ ਮੈਂ ਹੁਣ ਕਰਜ਼ਾ ਕਿੱਥੋਂ ਦੇਣਾ? ਉਹਨੇ ਆਖਿਆ ਭਾਈ ਜੀ ਇਹ ਕਰਜ਼ਾ ਦੇਣਾ ਹੀ ਦੇਣਾ ਜੇ ਭਾਵੇਂ ਜੋ ਮਰਜ਼ੀ ਹੋ ਜੇ। ਕਹਿੰਦਾ ਮੈਂ ਕਿਸ਼ਤਾਂ ਕਰਾਈਆਂ, ਥੋੜ੍ਹੇ ਥੋੜ੍ਹੇ ਕਰਕੇ ਪੈਸੇ ਦਿੰਦਾ ਰਿਹਾ। ਕਹਿੰਦਾ ਲੇਕਿਨ ਬੜੀ ਮੁਸ਼ਕਿਲਾਂ ਨਾਲ ਜਿਹੜਾ ਕਹਿੰਦਾ ਮੈਂ ਪੈਸੇ ਦਿੱਤੇ ਨੇ ਤੇ ਘਰ ਵੀ ਕਹਿੰਦਾ ਕਿਰੇ 100 ਪਾਉਂਡ ਟੋਰ ਦੇਣਾ, 150 ਟੋਰ ਦੇਣਾ। ਕਹਿੰਦਾ ਅਗਲੀ 55,000 ਦਾ ਚੂਨਾ ਲਾ ਕੇ ਤੇ ਮੈਨੂੰ ਨਿਕਲ ਗਈ। ਕਹਿੰਦਾ ਮੈਂ ਜਿਹੜਾ ਉੱਥੇ ਦਾ ਉੱਥੇ ਹੀ ਰਹਿ ਗਿਆ। ਇਸ ਤਰ੍ਹਾਂ ਵੀ ਬੰਦਿਆਂ ਨਾਲ ਹੋ ਜਾਂਦਾ, ਜਿਹੜਾ ਬੰਦਾ ਜ਼ਿਆਦਾ ਇਤਮਾਦ 'ਚ ਆ ਜਾਂਦਾ ਜਾਂ ਜ਼ਨਾਨੀ ਤਾਂ ਆ ਕੇ ਸਮਝਦਾ ਕਿ ਮੇਰੀ ਸੈਟਿੰਗ ਹੋ ਗਈ ਹੈ, ਇੰਜ ਵੀ ਨਹੀਂ ਹੁੰਦਾ। ਕਈ ਜਿਹੜਾ ਬੜੀਆਂ ਹੁਸ਼ਿਆਰ ਚਲਾਕ ਹੁੰਦੀਆਂ ਨੇ। ਬਾਕੀ ਅਗਰ ਮੈਂ ਤੁਹਾਨੂੰ ਹਮੇਸ਼ਾ ਕਹਿਣਾ ਕੋਸ਼ਿਸ਼ ਕਰਿਆ ਕਰੋ ਯਾਰ, ਲਾਈਕ ਲਾਜ਼ਮੀ ਕਰਿਆ ਕਰੋ, ਕਮੈਂਟਸ ਵੀ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ ਹੈ। ਬਾਕੀ ਇਹ ਹੈ ਕਿ ਕੋਸ਼ਿਸ਼ ਕਰਿਆ ਕਰੋ, ਲਾਈਕ ਲਾਜ਼ਮੀ ਕਰਿਆ ਕਰੋ ਜੇ ਅਗਰ ਵੀਡੀਓ ਪੂਰੀ ਸੁਣ ਸਕਦੇ ਹੋ। ਤੇ ਨਹੀਂ ਸੁਣਦੇ ਤੇ ਚਲੋ ਫਿਰ ਉਹ ਤੇ ਵੱਖਰੀ ਗੱਲ ਹੈ, ਆਖਰ ਤੇ ਤੁਹਾਨੂੰ ਪਤਾ ਲੱਗ ਹੀ ਜਾਂਦਾ ਕਿ ਅਸੀਂ ਇਹਨੂੰ ਲਾਈਕ ਵੀ ਕਰਨਾ ਹੈ। ਬਾਕੀ ਆਪਣੀ ਸਿਹਤ ਦਾ ਲਾਜ਼ਮੀ ਖਿਆਲ ਰੱਖਿਆ ਕਰੋ।